सत श्री अकाल स्टूडेंट्स, सरिता स्टडी सेंटर ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਕਰ ਰਹੇ ਹਾਂ 9ਵੀਂ ਕਲਾਸ ਦੇ ਵਿਆਕਰਣ ਦਾ ਟੌਪਿਕ ਕਿਰਿਆ। ਸਟੂਡੈਂਟਸ ਤੁਸੀਂ ਪਿਛਲੀਆਂ ਕਲਾਸਾਂ ਦੇ ਵਿੱਚ ਵੀ ਕਿਰਿਆ ਬਾਰੇ ਪੜ੍ਹਦੇ ਆ ਰਹੇ ਹੋ, 5ਵੀਂ 6ਵੀਂ 7ਵੀਂ 8ਵੀਂ ਦੇ ਵਿੱਚ ਵੀ, ਔਰ ਅੱਜ ਅਸੀਂ ਇਸ ਟੌਪਿਕ ਦੇ ਬਾਰੇ ਹੋਰ ਵਿਸਥਾਰ ਦੇ ਨਾਲ ਜਾਣਾਂਗੇ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ। कि पहला तो सानू किरिया की परिभाषा पता होनी चाहिए है कि किरिया की हुंदी है। वाक विच जिहड़े शब्दां तो किसी काम दे होण बारे, वापरन बारे जां कीते जाण बारे पता लगे किरिया अखाउंदे हन, जिवें खेडदा है, खेडदा सी, खेडेगा आदि। किरिया वाक दे अंत विच आउंदी है। उदाहरण ਦੇ ਵਿੱਚ ਸਮਝਾਂਗੇ ਅਸੀਂ। ਹਰਸ਼ਜੋਤ ਪੁਸਤਕ ਪੜ੍ਹਦਾ ਹੈ। ਦੇਖੋ ਕਰਤਾ ਜਿਹੜਾ ਹੈ ਪਹਿਲਾਂ ਆ ਰਿਹਾ ਹੈ, ਫਿਰ ਕਰਮ ਤੇ ਬਾਅਦ ਵਿੱਚ ਆ ਰਿਹਾ ਹੈ, ਬਾਅਦ ਵਿੱਚ ਕਿਰਿਆ ਆ ਰਹੀ ਹੈ। ਦੀਪਕ ਸਕੂਲ ਗਿਆ ਸੀ। ਹੁਣ ਦੀਪਕ ਕਰਤਾ, ਸਕੂਲ ਕਰਮ, ਗਿਆ ਸੀ ਕਿਰਿਆ। ਇਸ ਤਰ੍ਹਾਂ ਕਰਤਾ, ਕਰਮ ਤੇ ਕਿਰਿਆ कि वाक बनतर दे विच ये तीन तत्त जिहड़े आ कार्यशील रहिंदे हन, करता, करम ते किरिया। और साडी जिहड़ी किरिया है वो इन्हां नाल मिल के ही जिहड़ियां किरिया बनदी है। सो किरिया दीयां किस्मां बारे गल करदे हां कि किरिया जिहड़ी है किन्नी किस्म दी हुंदी है। तो इन्हां दी वंड जिहड़ी अलग अलग तरह कीती जांदी है। पहली वंड, दूजी वंड, तीजी वंड, चौथी वंड, इस तरह। सो पहली वंड दे विच की है कि किरिया दो तरह की मनी जाती है, अकर्मक और सकर्मक। ते अकर्मक किरिया दे विच की है कि जिद्दां कर्म नहीं हुंदा, जिहदे विच अकर्म जिहड़ा कर्म तो बिना, जिस वाक विच किरिया दा कर्म ना होवे ते उस किरिया दा कारज कर्ता तक ही सीमित रहे। जिस तरह की एग्जाम्पल है, मुंडा खेडदा है, कुड़ी गाउंदी है। हुण मुंडा की खेडदा है सानू नहीं पता, क्योंकि कर्म नहीं है विच। कुड़ी की गाउंदी है कोई पता नहीं लग रहा। इस करके जिन्हां वाकां दे विच कर्म नहीं हुंदा वो है अकर्मक किरिया। इसे तरह ही सकर्मक किरिया जिहड़ी है उस दे विच करता अते कर्म, ਅਸੀਂ ਦੋਨੋਂ एग्जाम्पल ਨੂੰ ਇਕੱਠੇ ਲਵਾਂਗੇ ਤਾਂ ਸਾਨੂੰ ਜਲਦੀ ਹੀ ਸਮਝ ਆਏਗਾ। ਜਿਸ ਤਰ੍ਹਾਂ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ। ਦੇਖੋ ਲਤਾ ਗਾਉਂਦੀ ਹੈ, ਲਤਾ ਗੀਤ ਗਾਉਂਦੀ ਹੈ। ਹੁਣ ਲਤਾ ਕੀ ਗਾਉਂਦੀ ਹੈ? ਗੀਤ। ਜਿੱਥੇ ਸਾਨੂੰ ਆਨਸਰ ਮਿਲ ਰਿਹਾ ਹੈ ਉਹ ਸਕਰਮਕ ਕਿਰਿਆ ਹੈ। ਜਿੱਥੇ ਸਾਨੂੰ ਉੱਤਰ ਨਹੀਂ ਮਿਲ ਰਿਹਾ ਕਿ ਲਤਾ ਕੀ ਗਾਉਂਦੀ ਹੈ ਉਹ ਹੈ ਅਕਰਮਕ ਕਿਰਿਆ। ਰਾਮ ਖੇਡਦਾ ਹੈ, ਰਾਮ ਕੀ ਖੇਡਦਾ ਹੈ? ਰਾਮ ਹਾਕੀ ਖੇਡਦਾ ਹੈ। ਹੁਣ ਇਹਦੇ ਵਿੱਚ ਸਾਨੂੰ ਉੱਤਰ ਮਿਲ ਰਿਹਾ ਹੈ ਕਿ ਰਾਮ ਕੀ ਖੇਡਦਾ ਹੈ? ਹਾਕੀ। ਇਸ ਦਾ ਮਤਲਬ ਹੈ ਕਿ ਇਹ ਸਕਰਮਕ ਹੈ। ਪਰ ਅਕਰਮਕ ਦੇ ਵਿੱਚ ਕੀ ਹੈ ਕਿ ਸਾਨੂੰ ਉਹਦੇ ਬਾਰੇ ਨਹੀਂ ਪਤਾ ਚੱਲ ਰਿਹਾ ਕਿ ਉਹ ਕੀ ਖੇਡ ਰਿਹਾ ਹੈ, ਇਹ ਅਕਰਮਕ ਹੈ। ਇਸੇ ਤਰ੍ਹਾਂ ਕਿਰਿਆ ਦਾ ਇੱਕ ਹੋਰ ਰੂਪ ਵੀ ਜਿਹੜਾ ਹੈ ਸਾਹਮਣੇ ਆਉਂਦਾ ਹੈ, ਉਹ ਹੈ ਇੱਕ ਦੁਕਰਮਕ ਕਿਰਿਆ। ਮੋਹਨ ਨੇ ਸੱਪ ਨੂੰ ਸੋਟੀ ਨਾਲ ਮਾਰਿਆ। ਦੇਖੋ ਮੋਹਨ ਹੈ ਕਰਤਾ ਹੈ, ਸੱਪ सोटी ये कर्म है, पर एक कर्म नहीं है, ये दो कर्म है। नाल मारिया, मारिया किरिया है। देखो हुण सप ते सोटी दो कर्म है, इहदा मतलब ये किहड़ी किरिया है? दुकर्मक। इस विच दो कर्म है, एक प्रधान कर्म है ते दूजा अप्रधान। जिहड़ा पहला आ जाए वो प्रधान है। सप की है, इहदे च प्रधान कर्म है, और सोटी की है? अप्रधान कर्म है। हुण अगे असीं देखांगे कि ਜਿਹੜੇ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਹੈ ਉਹਨਾਂ ਦੇ ਅੱਗੇ ਦੋ ਭੇਦ ਹਨ, ਪੂਰਨ ਅਕਰਮਕ ਅਤੇ ਅਪੂਰਨ ਅਕਰਮਕ। ਉਸੇ ਤਰ੍ਹਾਂ ਹੀ ਸਕਰਮਕ ਕਿਰਿਆ ਦੇ ਪੂਰਨ ਸਕਰਮਕ ਅਤੇ ਅਪੂਰਨ ਸਕਰਮਕ। ਹੁਣ ਇਹ ਵੀ ਅਸੀਂ ਐਗਜ਼ਾਮਪਲਸ ਦੇ ਥਰੂ ਸਮਝਾਂਗੇ ਕਿ ਸ਼ੇਰ ਗਰਜਿਆ, ਮੁੰਡਾ ਰੋਇਆ, ਪੁਲਿਸ ਆਈ। ਦੇਖੋ ਸਾਨੂੰ ਪਤਾ ਹੈ ਕਿ ਵਾਕ ਬਣ ਰਿਹਾ ਹੈ ਕਰਤਾ ਦੇ ਨਾਲ ਹੀ, ਕਰਮ ਨਹੀਂ ਇਹਦੇ ਵਿੱਚ ਹੁੰਦਾ। ਅਕਰਮਕ ਦੇ ਵਿੱਚ ਕਰਮ ਨਹੀਂ ਹੁੰਦਾ, ਤਾਂ ਪਰ ਵਾਕ ਜਿਹੜਾ ਹੈ ਉਹ ਆਪਣਾ ਪੂਰਾ ਅਰਥ ਬਣਾ ਰਿਹਾ ਹੈ। ਇਸ ਤਰ੍ਹਾਂ ਇਹ ਕਿਹੜੀ ਹੈ? ਪੂਰਨ ਅਕਰਮਕ। ਪਰ ਮੰਨ ਲਓ
ਇਹੀ ਚੀਜ਼ ਇੱਦਾਂ ਆ ਜਾਂਦੀ ਕਿ ਪਾਣੀ ਹੋ ਗਿਆ ਹੈ, ਸਬਜ਼ੀ ਹੋ ਗਈ। ਹੁਣ ਪਾਣੀ ਕੀ ਹੋ ਗਿਆ? ਗੰਦਾ ਹੋ ਗਿਆ, ਉਬਲ ਹੋ ਗਿਆ ਹੈ, ਜਾਂ ਠੰਡਾ ਹੋ ਗਿਆ ਹੈ, ਜਾਂ ਗਰਮ ਹੋ ਗਿਆ ਹੈ, ਇਸ ਬਾਰੇ ਕੋਈ ਵੀ ਪਤਾ ਨਹੀਂ ਚੱਲ ਰਿਹਾ। ਸਬਜ਼ੀ ਹੋ ਗਈ ਹੈ, ਹੁਣ ਸਬਜ਼ੀ ਖਰਾਬ ਹੋ ਗਈ ਹੈ, ਠੰਡੀ ਹੋ ਗਈ ਹੈ, ਜਾਂ ਕੀ ਹੋ ਗਿਆ ਹੈ, ਇਸ ਬਾਰੇ ਵੀ ਸਾਨੂੰ ਪੂਰਾ ਕੋਈ ਪਤਾ ਨਹੀਂ। ਯਾਨੀ ਕਿ ਬਾਕ ਤਾਂ ਬਣ ਰਿਹਾ ਹੈ ਪਰ ਅਪੂਰਨ ਬਣ ਰਿਹਾ ਹੈ। ਕਰਮ ਦੇ ਨਾਲ ਮਿਲ ਕੇ ਬਾਕ ਬਣ ਤਾਂ ਰਿਹਾ ਹੈ ਪਰ ਅਪੂਰਨ ਬਣ ਰਿਹਾ। ਅਜਿਹੀ ਕਿਰਿਆ ਜਿਹੜੀ ਹੈ ਉਹ ਅਪੂਰਨ ਅਕਰਮਕ ਹੁੰਦੀ ਹੈ। ਇਸੇ ਤਰ੍ਹਾਂ ਹੀ ਸਕਰਮਕ ਕਿਰਿਆ ਹੈ। ਸਕਰਮਕ ਕਿਰਿਆ ਦੇ ਵਿੱਚ ਪੂਰਨ ਸਕਰਮਕ ਤੇ ਅਪੂਰਨ ਸਕਰਮਕ। ਪੂਰਨ ਸਕਰਮਕ ਵਿੱਚ ਔਰਤਾਂ ਨੇ ਗਿੱਧਾ ਪਾਇਆ, ਬੱਚਿਆਂ ਨੇ ਗੀਤ ਗਾਏ। ਹੁਣ ਦੇਖੋ ਇਹਦੇ ਵਿੱਚ ਵੀ ਔਰਤਾਂ ਕਰਤਾ ਤੇ ਗਿੱਧਾ ਕਰਮ, ਪਾਇਆ ਕਿਰਿਆ। ਸੋ ਇਹਦੇ ਵਿੱਚ ਪੂਰੇ ਦਾ ਪੂਰੇ ਵਾਕ ਦਾ ਜਿਹੜਾ ਹੈ ਅਰਥ ਬਣ ਰਿਹਾ, ਇਸ ਕਰਕੇ ਇਹ ਪੂਰਨ ਸਕਰਮਕ ਹੈ। ਹੁਣ ਇਸੇ ਤਰ੍ਹਾਂ ਅਪੂਰਨ 'ਚ ਕੀ ਹੈ? ਹਰਵੰਸ ਗੁਆਂਢੀ ਨੂੰ ਦੱਸਣ ਲੱਗਾ। ਹੁਣ ਵਾਕ ਦੇ ਵਿੱਚ ਕਰਤਾ ਵੀ ਹੈ, ਕਰਮ ਵੀ ਹੈ, ਕਿਰਿਆ ਵੀ ਹੈ, ਪਰ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਵਾਕ ਜਿਹੜੇ ਅਰਥ ਪੂਰਾ ਨਹੀਂ ਦੱਸ ਰਿਹਾ, ਨਹੀਂ ਬਣ ਰਿਹਾ। ਮਾਂ ਨੇ ਛੋਟੀ ਧੀ ਨੂੰ ਬਣਾ ਦਿੱਤਾ। ਹੁਣ ਕੀ ਬਣਾ ਦਿੱਤਾ ਸਾਨੂੰ ਇਸ ਗੱਲ ਦਾ ਪੂਰਾ ਕੋਈ ਪਤਾ ਨਹੀਂ ਲੱਗ ਰਿਹਾ, ਇਸ ਕਰਕੇ ਇਹ ਕੀ ਹੈ? ਅਪੂਰਨ ਸਕਰਮਕ ਕਿਰਿਆ। ਇਸੇ ਤਰ੍ਹਾਂ ਹੀ ਕਿਰਿਆ ਦੀ ਇੱਕ ਹੋਰ ਤਰ੍ਹਾਂ ਵੀ ਵੰਡ ਕੀਤੀ ਜਾਂਦੀ ਹੈ, ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ ਤੇ ਦੂਰੀ ਪ੍ਰੇਰਨਾਰਥਕ ਕਿਰਿਆ। ਹੁਣ ਸਧਾਰਨ ਕਿਰਿਆ ਦੇ ਵਿੱਚ ਕੀ ਹੈ ਕਿ ਜਿਹੜਾ ਵੀ ਪ੍ਰਭਾਵ ਪਵੇਗਾ ਉਹ ਜਿਹੜਾ ਵੀ ਕੋਈ ਕੰਮ ਕਿਰਿਆ ਕੀਤੀ ਜਾਏ ਕਰਤਾ ਦੇ ਉੱਤੇ ਹੀ ਕੀਤੀ ਜਾਵੇ। ਮੋਹਨ ਨੂੰ ਗੁੱਸਾ ਚੜਿਆ, ਮੋਹਨ ਹੀ ਖੁਦ ਕਰੇਗਾ ਜੋ ਵੀ ਕੰਮ ਕਰੇਗਾ। ਉਹ ਕਿਤਾਬ ਲਿਖਦਾ ਹੈ, ਮਤਲਬ ਕਰਤਾ ਦੇ ਦੁਆਰਾ ਹੀ ਸਾਰਾ ਕੰਮ ਜਿਹੜਾ ਹੈ ਹੋਏਗਾ, ਕਰਤਾ ਹੀ ਕਿਰਿਆ ਕਰੇਗਾ। ਪਰ ਪ੍ਰੇਰਨਾਰਥਕ ਕਿਰਿਆ ਉਹ ਹੁੰਦੀ ਹੈ ਜਿਹਦੇ ਵਿੱਚ ਕਰਤਾ ਨਹੀਂ ਕੰਮ ਕਰਦਾ ਬਲਕਿ ਕੋਈ ਦੂਸਰਾ ਬੰਦਾ ਦੂਸਰੇ ਬੰਦੇ ਤੋਂ ਕੰਮ ਕਰਵਾਇਆ। ਜਿੱਦਾਂ ਕਿ ਅਧਿਆਪਕ ਨੇ ਬੱਚਿਆਂ ਤੋਂ ਸਫਾਈ ਕਰਵਾਈ, ਇਸ ਨੂੰ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ, ਜਿਸ ਵਿੱਚ ਕਰਤਾ ਖੁਦ ਕੰਮ ਨਾ ਕਰਕੇ ਕਿਸੇ ਦੂਸਰੇ ਤੋਂ ਕੰਮ ਕਰਵਾਉਂਦਾ ਹੈ, ਕਿਰਿਆ ਕਰਵਾਉਂਦਾ ਹੈ। ਦੂਰੀ ਪ੍ਰੇਰਨਾਰਥਕ 'ਚ ਕੀ ਹੋਏਗਾ ਕਿ ਨਾ ਤਾਂ ਕਰਤਾ ਨਾ ਹੀ ਦੂਸਰਾ ਕੋਈ ਤੀਸਰਾ ਕੰਮ ਕਰੇਗਾ। ਜਿੱਦਾਂ ਪਿਤਾ ਜੀ ਨੇ ਮੈਨੂੰ ਦਰਜੀ ਤੋਂ ਸੂਟ ਸਿਲਵਾ ਕੇ ਦਿੱਤਾ, ਇਸ ਦੇ ਵਿੱਚ ਦੂਹਰੀ ਮਤਲਬ ਨਾ ਤਾਂ ਕਰਤਾ ਨੇ ਕੰਮ ਕੀਤਾ ਹੈ, ਨਾ ਦੂਸਰੇ ਨੇ, ਤੇ ਕਿਸੇ ਤੀਸਰੇ ਤੋਂ ਕੰਮ ਕਰਵਾਇਆ ਗਿਆ ਹੈ। ਇਸ ਤਰ੍ਹਾਂ ਇਹ ਦੂਰੀ ਪ੍ਰੇਰਨਾਰਥਕ ਕਿਰਿਆ ਜਿਹੜੀ ਹੈ ਹੋਵੇਗੀ। ਇਸ ਤੋਂ ਬਾਅਦ ਇੱਕ ਹੋਰ ਵੰਡ ਆਉਂਦੀ ਹੈ, ਮੁੱਖ ਕਿਰਿਆ, ਸਹਾਇਕ ਕਿਰਿਆ ਤੇ ਸੰਸਰਗੀ ਕਿਰਿਆ। ਹੁਣ ਇਹਨਾਂ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇੱਕ ਕਿਰਿਆ ਹੋਰ ਜਿਹੜਾ ਰੂਪ ਹੈ ਉਹਨੂੰ ਸਮਝਣਾ ਜ਼ਰੂਰੀ ਹੈ, ਇਕਹਿਰੀ ਕਿਰਿਆ ਤੇ ਸੰਯੁਕਤ ਕਿਰਿਆ ਨੂੰ। ਇਕਹਿਰੀ ਕਿਰਿਆ ਦੇ ਵਿੱਚ ਕੀ ਹੈ ਕਿ ਮੈਂ ਪੁਸਤਕ ਪੜ੍ਹੀ। ਇਕਹਿਰੀ ਦੇ ਵਿੱਚ ਕੀ ਹੋਏਗਾ ਕਿ ਮੂਲ ਸ਼ਬਦ ਨੂੰ ਲਿਆ ਜਾਏਗਾ, ਪੜ੍ਹੀ, ਬਲਜੀਤ ਸੇਬ ਖਾ। ਹੁਣ ਖਾ ਜਿਹੜੀ ਕਿਰਿਆ ਆ ਰਹੀ ਹੈ, ਪਰ ਇਹ ਖਾ ਜਿਹੜੀ ਇਹ ਖਾਣਾ ਨਹੀਂ ਬਣ ਰਿਹਾ, ਖਾ ਮੂਲ ਸ਼ਬਦ ਨੂੰ ਲਿਆ ਜਾ ਰਿਹਾ। ਅਜਿਹੀ ਕਿਰਿਆ ਜਿਹੜੀ ਇੱਕ ਹੀ ਹੈ, ਉਹ ਇਕਹਿਰੀ ਹੈ, ਉਹ ਮੂਲ ਸ਼ਬਦ ਨਾਲ ਬਣ ਰਹੀ ਹੈ, ਤਾਂ ਉਸ ਨੂੰ ਕਿਹਾ ਜਾਂਦਾ ਇਕਹਿਰੀ ਕਿਰਿਆ। ਪਰ ਸੰਯੁਕਤ ਕਿਰਿਆ 'ਚ ਕੀ ਹੁੰਦਾ ਹੈ ਕਿ ਦੇਖੋ ਮੈਂ ਰੋਜ਼ ਖੇਡਿਆ ਕਰਾਂਗਾ। ਹੁਣ ਖੇਡਿਆ ਆ ਰਹੀ ਹੈ, ਉਹਦੇ ਨਾਲ ਕਰਾਂਗਾ ਜੁੜ ਰਿਹਾ ਹੈ, ਮਤਲਬ ਦੋ ਕਿਰਿਆ ਇਕੱਠੀਆਂ ਆ ਰਹੀਆਂ। ਸੰਯੁਕਤ ਦੇ ਵਿੱਚ ਇੱਕ ਕਿਰਿਆ ਨਹੀਂ, ਯਾਨੀ ਕਿ ਇੱਕ ਤੋਂ ਜ਼ਿਆਦਾ ਕਿਰਿਆ ਆਉਂਦੀਆਂ ਹਨ। ਉਹ ਪੜ੍ਹਦਾ ਹੁੰਦਾ ਸੀ, ਪੜ੍ਹਦਾ ਤਾਂ ਕਿਰਿਆ ਹੈ, ਹੁੰਦਾ ਸੀ। ਜਲੰਧਰ ਕਈ ਕਿਲੋਮੀਟਰ ਤੱਕ ਫੈਲਿਆ ਹੋਇਆ ਸੀ। ਹੁਣ ਫੈਲਿਆ ਜਿਹੜਾ ਹੈ ਉਹ ਤਾਂ ਕਿਰਿਆ ਹੈ, ਪਰ ਹੋਇਆ ਸੀ ਇਹ ਵੀ ਨਾਲ ਹੋਰ ਕਿਰਿਆ ਵੀ ਜੁੜ ਰਹੀਆਂ ਹਨ। ਇਹ ਹੁੰਦੀ ਹੈ ਸੰਯੁਕਤ ਕਿਰਿਆ। ਇਸ ਤੋਂ ਹੀ ਅਸੀਂ ਜਿਹੜੀ ਹੈ ਮੁੱਖ ਕਿਰਿਆ, ਸਹਾਇਕ ਕਿਰਿਆ ਲੱਭ ਸਕਦੇ। ਹੁਣ ਅਸੀਂ ਇਹ ਸੰਯੁਕਤ ਕਿਰਿਆ ਦੇ ਵਿੱਚੋਂ ਹੀ ਜੇ ਅਸੀਂ ਛਾਂਟਣਾ ਹੋਵੇ ਕਿ ਮੁੱਖ ਕਿਰਿਆ ਕਿਹੜੀ ਹੈ, ਤਾਂ ਅਸੀਂ ਦੇਖੋ ਜਲੰਧਰ ਕਈ ਕਿਲੋਮੀਟਰ ਤੱਕ ਫੈਲਿਆ ਹੋਇਆ ਸੀ। ਫੈਲਿਆ ਕੀ ਹੈ? ਮੁੱਖ ਕਿਰਿਆ। ਪਰ ਇਹਦੇ ਨਾਲ ਹੋਇਆ ਸੀ ਜਿਹੜੀ ਕਿਰਿਆਵਾਂ ਇਹ ਸਹਾਇਕ ਕਿਰਿਆਵਾਂ ਲੱਗੀਆਂ ਹੋਈਆਂ। ਇਸੇ ਤਰ੍ਹਾਂ ਹੀ ਉਹ ਪੜ੍ਹਦਾ ਹੁੰਦਾ ਸੀ, ਪੜ੍ਹਦਾ ਜਿਹੜੀ ਹੈ ਮੁੱਖ ਕਿਰਿਆ ਹੈ ਅਤੇ ਹੁੰਦਾ ਸੀ ਸਹਾਇਕ ਕਿਰਿਆ ਬਣ ਗਈ ਹੈ। ਇਸੇ ਤਰ੍ਹਾਂ ਹੀ ਸਹਾਇਕ ਕਿਰਿਆ ਜਿਹੜੀ ਹੈ ਉਸ ਦੇ ਵਿੱਚ ਸਕਦਾ ਹੈ, ਚਾਹੀਦਾ ਹੈ ਵੀ ਆਉਂਦਾ ਹੈ। ਜਿਸ ਤਰ੍ਹਾਂ ਹਨੀ ਗੀਤ ਗਾ ਸਕਦਾ ਹੈ, ਤੁਹਾਨੂੰ ਦਾਨ ਦੇਣਾ ਚਾਹੀਦਾ ਹੈ, ਇਹ ਵੀ ਸਹਾਇਕ ਕਿਰਿਆ ਦੇ ਹੀ ਉਦਾਹਰਨਾਂ ਹਨ। ਮੁੱਖ ਕਿਰਿਆ 'ਚ ਮੀਂਹ ਪੈਂਦਾ ਹੈ, ਸਕੂਲ ਲੱਗ ਗਿਆ ਹੈ, ਜਿਸ ਤਰ੍ਹਾਂ ਕਿ ਪੈਂਦਾ ਹੈ, ਲੱਗ, ਇਹ ਮੁੱਖ ਕਿਰਿਆਵਾਂ ਹਨ। ਇਸ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਜੋ ਹੈ ਉਹ ਹੈ ਸੰਸਰਗੀ ਕਿਰਿਆ। ਰਣਵੀਰ ਇੱਕ ਇਮਾਨਦਾਰ ਆਦਮੀ ਹੈ। ਦੇਖੋ
ਹੁਣ ਇਹਦੇ ਵਿੱਚ ਕਿਰਿਆ ਹੋਰ ਕਿਤੇ ਵੀ ਨਜ਼ਰ ਨਹੀਂ ਆ ਰਹੀ, ਸਿਰਫ ਹੈ ਹੀ ਕਿਰਿਆ ਹੈ। ਸੀ, ਜਿਨ੍ਹਾਂ ਵਾਕਾਂ ਦੇ ਅੰਤ ਵਿੱਚ ਹੋਰ ਕੋਈ ਕਿਰਿਆ ਨਾ ਹੋਵੇ, ਸਿਰਫ ਹੈ ਸੀ ਹੀ ਹੋਵੇ, ਇਹ ਸੰਸਰਗੀ ਕਿਰਿਆਵਾਂ ਹੁੰਦੀਆਂ ਹਨ। ਮੈਂ ਉਮੀਦ ਕਰਦੀ ਹਾਂ ਕਿ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।